जनानियां जिन्नी मर्जी शिकंजी पिला लो, जिन्नी मर्जी लस्सी पिला लो, जिन्नी मर्जी रूह जा पिला लो, ठंड दिन आदमी ने लड़के पैनी। गीता मैम और संजीवनी शरणम दे सभी फ्रेंड्स को मेरा प्यार भरा नमस्कार। आज हसन हसान का दिन है। हा 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 हा। एक बंदा डॉक्टर कोल गया, डॉक्टर ने चैकअप किया तो कहंदा तुहानू ना एक कोई बहुत पुरानी बीमारी चंबड़ी हुई है ਜਿਹੜੀ ਤੁਹਾਨੂੰ ਹੌਲੀ ਹੌਲੀ ਖਾ ਰਹੀ ਹੈ। ਉਹ ਕਹਿੰਦਾ ਡਾਕਟਰ ਸਾਹਿਬ ਹੌਲੀ ਬੋਲੋ, ਬਾਹਰ ਹੀ ਬੈਠੀ ਹੈ। ਬੰਦਾ ਕਹਿੰਦਾ ਸਾਰਾ ਦਿਨ ਲੜਦੀ ਰਹਿੰਦੀ ਹੈ, ਕੀ ਖਾਂਦੀ ਹੈ? ਪਤਨੀ ਕਹਿੰਦੀ ਚਵਨਪ੍ਰਾਸ਼। ਅੱਛਾ ਚਵਨਪ੍ਰਾਸ਼ ਨਾਲ ਕੀ ਹੁੰਦਾ ਹੈ? ਕਹਿੰਦੀ ਚਵਨਪ੍ਰਾਸ਼ ਦੀ ਸ਼ੀਸ਼ੀ ਤੇ ਲਿਖਿਆ ਹੋਇਆ ਹੈ ਬਿਮਾਰੀਆਂ ਨਾਲ ਲੜਨ ਦੀ ਤਾਕਤ ਪਾਓ। ਉਹ ਕਹਿੰਦਾ ਬਿਮਾਰੀਆਂ ਨਾਲ ਨਾ ਲੜ, ਫਿਰ ਮੇਰੇ ਨਾਲ ਕਿਉਂ ਲੜਦੀ ਰਹਿੰਦੀ ਹੈ? कहती तुहाडे तो बड़ी हो बीमारी है केड़ी? एक दिन भगवान ने एक आदमी की मेमोरी डिलीट कर दी। फिर उससे पूछा क्या तुम्हें कुछ याद है? आदमी ने अपनी पत्नी का नाम बता दिया। भगवान हंसकर बोले पूरा सिस्टम फॉर्मेट कर दिया पर वायरस फिर भी रह गया। थैंक यू। बहुत ही रिस्पैक्टेड मैम ਅਤੇ ਸ਼ਰਨਮ ਪਰਿਵਾਰ ਦੇ ਮੈਂਬਰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਮੈਂ ਸਵਤੰਤਰ ਬਤਰਾ ਤੁਹਾਡੇ ਸਾਹਮਣੇ ਕੁਝ ਥੋੜੇ ਜਿਹੇ ਜੋਕਸ ਲੈ ਕੇ ਆਈ ਹਾਂ। ਉਮੀਦ ਕਰਦੀ ਹਾਂ ਕਿ ਤੁਹਾਨੂੰ ਪਸੰਦ ਆਣਗੇ। ਇੱਕ ਵਾਰੀ ਦੀ ਗੱਲ ਹੈ ਕਿ ਜਮਾਤ ਲੱਗੀ ਹੋਈ ਸੀ ਤੇ ਸਾਇੰਸ ਦੇ ਅਧਿਆਪਕ ਜਿਹੜੇ ਪੜ੍ਹਾ ਰਹੇ ਸੀ, ਜਮਾਤ ਦੇ ਵਿੱਚ ਬੱਚੇ ਬੈਠੇ ਸੀ, ਸਾਰੇ ਬੱਚੇ ਪੜ੍ਹ ਰਹੇ ਸੀ, ਪਰੰਤੂ ਇੱਕ ਬੱਚਾ ਜਿਹੜਾ ਸੀ ਉਹ ਸੋ ਰਿਹਾ ਸੀ। ਉਸਨੇ ਆਪਣਾ ਸਿਰ ਥੱਲੇ ਕਰਕੇ ਉਹ ਸੋ ਰਿਹਾ ਸੀਗਾ। ਅਤੇ ਜਦੋਂ ਅਧਿਆਪਕ ਨੇ ਉਸ ਬੱਚੇ ਕੋਲੋਂ ਪੁੱਛਿਆ ਕਿ ਤੂੰ ਸੋ ਕਿਉਂ ਰਿਹਾ? ਬੱਚੇ ਕਲਾਸ 'ਤੇ ਲੱਗੀ ਹੋਈ ਹੈ, ਜਮਾਤ ਲੱਗੀ ਹੋਈ, ਮੈਂ ਪੜ੍ਹਾ ਰਹੀ ਹਾਂ, ਤੂੰ ਸੋ ਰਿਹਾ। ਤਾਂ ਬੱਚੇ ਦਾ ਜਵਾਬ ਅੱਗੋਂ ਸੀਗਾ ਨਹੀਂ ਟੀਚਰ, ਨਹੀਂ ਮੈਂ ਸੋ ਨਹੀਂ ਰਿਹਾ, ਇਹ ਤਾਂ ਸਿਰਫ ਗੁਰਤਾ ਆਕਰਸ਼ਣ ਕਰਕੇ ਮੇਰਾ ਜਿਹੜਾ ਸਿਰ ਹੈ ਉਹ ਨੀਵਾਂ ਹੋ ਗਿਆ ਹੈਗਾ। ਦੂਸਰਾ ਜੋਕ ਹੈ। ਫਿਰ ਉਹਨਾਂ ਨੇ ਕਲਾਸ ਦੇ ਵਿੱਚ ਪੁੱਛਿਆ, ਅਧਿਆਪਕ ਨੇ ਵੈਸੇ ਹੀ ਪੁੱਛਿਆ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਕੌਣ ਹੁੰਦਾ? ਤਾਂ ਇੱਕ ਬੱਚਾ ਫਟਾਫਟ ਉੱਠ ਕੇ ਬੋਲਿਆ ਸਰ ਉਹਦਾ ਮੋਬਾਈਲ ਹੁੰਦਾ। ਤੀਸਰਾ ਜੋਕਸ ਹੈ। ਇੱਕ ਵਾਰੀ ਦੀ ਗੱਲ ਹੈ ਕਿ ਬਾਹਰ ਜਿਹੜਾ ਸੀਗਾ ਸੰਤਾ ਸੀਗਾ ਉਹ ਆਪਣੀ ਕਾਰ ਨੂੰ ਧੋ ਰਿਹਾ ਸੀਗਾ। ਕੋਲੋਂ ਦੇ ਗੁਆਂਢੀ ਲੰਘੇ, ਇੱਕ ਔਰਤ ਲੰਘੀ, ਉਹਨਾਂ ਨੇ ਕਿਹਾ ਸੰਤੇ ਤੂੰ ਕਾਰ ਧੋ ਰਿਹਾ? ਉਹਨਾਂ ਨੇ ਤਾਂ ਵੈਸੇ ਹੀ ਪੁੱਛਿਆ ਵੀ ਸੰਤੇ ਤੂੰ ਕਾਰ ਧੋ ਰਿਹਾ? ਅਤੇ ਅੱਗੋਂ ਉਹਨਾਂ ਦਾ ਜਵਾਬ ਸੀ ਨਹੀਂ, ਕਹਿੰਦਾ ਮੈਂ ਪਾਣੀ ਦੇ ਰਿਹਾ ਕਾਰ ਨੂੰ, ਸ਼ਾਇਦ ਵੱਡੀ ਹੋ ਕੇ ਬੱਸ ਬਣ ਜਾਵੇ। ਅਗਲਾ ਜੋਕ ਸੀਗਾ, ਦੋ ਆਦਮੀ ਆਪਸ ਵਿੱਚ ਗੱਲ ਕਰਦੇ ਨੇ ਤਾਂ ਪਹਿਲਾ ਜਿਹੜਾ ਸੀ ਦੂਸਰੇ ਨੂੰ ਪੁੱਛਦਾ ਯਾਰ ਜਦੋਂ ਕੋਈ ਲੜਕੀ ਦੇਖਣੀ ਹੋਵੇ ਤਾਂ ਸਾਨੂੰ ਕੀ ਦੇਖਣਾ ਚਾਹੀਦਾ? ਤੂੰ ਕੀ ਦੇਖਦਾ ਉਹਨੂੰ? ਸਭ ਤੋਂ ਪਹਿਲਾਂ ਕੀ ਦੇਖਦਾ? ਅਤੇ ਦੂਸਰੇ ਆਦਮੀ ਦਾ ਜਵਾਬ ਸੀਗਾ, ਕਹਿੰਦਾ ਮੈਂ ਤਾਂ ਸਭ ਤੋਂ ਪਹਿਲਾਂ ਭਾਈ ਉਹਦੇ ਪੈਰਾਂ ਵੱਲ ਦੇਖਦਾ, ਕਿਤੇ ਪੈਰ ਉਲਟੇ ਤਾਂ ਨਹੀਂ ਹੈਗੇ। ਅਗਲਾ ਜੋਕ ਹੈ। ਦੋ ਕਾਕਰੋਚ ਸੀਗੇ, ਉਹ ICU 'ਚ ਭਰਤੀ ਹੋਏ ਸੀ ਅਤੇ ਉਹਨਾਂ ਦੇ ਜਿਹੜੇ ਬੈੱਡ ਸੀ ਉਹ ਨਾਲ ਨਾਲ ਸੀਗੇ। ਤਾਂ ਇੱਕ ਦੂਸਰੇ ਨਾਲ ਗੱਲਾਂ ਕਰ ਰਹੇ ਸੀ ਅਤੇ ਪਹਿਲਾ ਜਿਹੜਾ ਦੂਸਰੇ ਨੂੰ ਪੁੱਛਦਾ ਕਿ ਤੈਨੂੰ ਕੀ ਪ੍ਰੋਬਲਮ ਹੋਈ ਹੈ, ਤੂੰ ਇੱਥੇ ਭਰਤੀ ਹੋਇਆ, ਤੇਰੇ 'ਤੇ ਜਿਹੜਾ ਵਾਰ ਹਿੱਟ ਦਾ ਹੋਇਆ ਜਾਂ ਚੱਪਲ ਦਾ ਹੋਇਆ? ਉਹ ਕਹਿੰਦਾ ਨਹੀਂ ਯਾਰ, ਨਾ ਹਿੱਟ ਹੈ ਨਾ ਚੱਪਲ ਹੈ। ਇਹ ਲੜਕੀਆਂ ਜਿਹੜੀਆਂ ਨਾ ਇੰਨਾ ਜ਼ੋਰ ਦੀ ਮੈਨੂੰ ਵੇਖ ਕੇ ਚੀਖਦੀਆਂ ਕਿ ਮੈਨੂੰ ਤਾਂ ਹਾਰਟ ਅਟੈਕ ਹੋ ਗਿਆ ਹੈ, ਇਸ ਕਰਕੇ ਮੈਂ ICU 'ਚ ਭਰਤੀ ਹੈਗਾ। ਅਗਲਾ ਜੋਕ ਹੈਗਾ, ਇੱਕ ਵਾਰੀ ਦੀ ਗੱਲ ਹੈ ਕਿ ਇੱਕ ਲੜਕੀ ਨੂੰ ਮਤਲਬ ਕੋਈ ਦੇਖਣ ਵਾਸਤੇ ਆਏ ਅਤੇ ਉਹਦਾ ਲੜਕੀ ਦਾ ਜਿਹੜਾ ਭਰਾ ਵੀ ਸੀ ਘਰ, ਭੈਣ ਵੀ ਸੀ, ਤਾਂ ਲੜਕੇ ਵਾਲੇ ਚਲੇ ਗਏ ਦੇਖ ਕੇ। ਉਸ ਤੋਂ ਬਾਅਦ ਲੜਕੇ ਦੀ ਜਿਹੜੀ ਮਾਂ ਸੀਗੀ ਉਹਨੇ ਬਹੁਤ ਹੀ ਗੁੱਸੇ ਵਿੱਚ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਆਪਣੇ ਸਿਰ ਦੇ ਵਾਲ ਕਿਉਂ ਨਹੀਂ ਕਟਾਉਂਦਾ ਹੈਗਾ, ਇੰਨੇ ਲੰਬੇ ਲੰਬੇ ਵਾਲ ਕੀਤੇ ਹੋਏ ਹੈਗੇ ਨੇ। ਅਤੇ ਬੇਟਾ ਅੱਗੋਂ ਕਹਿੰਦਾ ਕਿ ਮਾਂ ਅੱਜ ਕੱਲ੍ਹ ਇਹ ਫੈਸ਼ਨ ਹੈਗਾ, ਮੈਂ ਵਾਲ ਨਹੀਂ ਕਟਾਉਣੇ, ਅੱਜ ਕੱਲ੍ਹ ਫੈਸ਼ਨ ਹੈ। ਮਾਂ ਨੂੰ ਬਹੁਤ ਹੀ ਗੁੱਸਾ ਆਇਆ, ਉਹ ਕਹਿੰਦੀ ਅੱਗ ਲੱਗੇ ਤੇਰੇ ਫੈਸ਼ਨ ਨੂੰ, ਮੁੰਡੇ ਵਾਲੇ ਤੇਰੀ ਭੈਣ ਨੂੰ ਵੇਖਣ ਆਏ ਸੀ, ਤੈਨੂੰ ਪਸੰਦ ਕਰਕੇ ਚਲੇ ਗਏ ਹੈਗੇ। ਥੈਂਕ ਯੂ। परम आदरणीय मैडम जी,
तथा सभी संजीवनी परिवार सदस्यों का हार्दिक अभिनंदन। आज इंटरनेशनल हैप्पीनेस डे पर हम सभी को खुश रखने के लिए हैप्पी जोक्स डे के आयोजन के लिए मैडम जी का हार्दिक धन्यवाद। कुछ जोक्स पेश है। मास्टर जी क्लास में छात्रों से, इस मुहावरे का अर्थ बताओ। सांप की दुम पर पैर रखना। सांप की दुम पर पैर रखना। छात्र, पत्नी को मायके जाने से रोकना। मास्टर जी सोच में पड़ गए, इतनी उम्र में ये लड़का इतना अक्लमंद कैसे हो गया। ढोली ढोल बजा रहा था। उसने ढोल के दोनों तरफ औरतों की तस्वीर लगा रखी थी। तो एक बुजुर्ग ने पूछा, लगता है तुम नारी सुंदरता के उपासक हो। ढोली ने कहा, नहीं बाबा, ऐसी कोई बात नहीं। एक तरफ मेरी सासू की फोटो लगी है, दूसरी तरफ आप समझ ही गए होंगे। घर पर तो इन पर भड़ास निकाल नहीं सकता, तो यहाँ मन खूब हल्का कर लेता हूँ। पत्नी अंग्रेजी की किताब पढ़ रही थी। उसने पति से पूछा, अजी सुनिए, कंप्लीट और फिनिश में क्या फर्क है। पति, अगर शादी सही लड़की से हो गई हो तो समझो कि जिंदगी कंप्लीट है, और गलत लड़के से हो गई हो तो समझो जिंदगी फिनिश। पति, अगर मुझे लॉटरी लग गई तो तुम क्या करोगे। पत्नी, आधे पैसे लेकर मैं हमेशा के लिए मायके चली जाऊंगी। पति, तो 20 रुपए की लॉटरी लगी है, ये लो 10 रुपए और जाओ मायके। संता पुलिस स्टेशन आया और बोला, मुझे अरेस्ट कर लो, मैंने अपनी पत्नी के सिर में डंडा मारा है। क्या वह मर गई। संता, नहीं, बच तो गई, पर अब मेरी खैर नहीं। किसी ने किसी से पूछा, शादी क्या है। अजी सुनते हो, अजी सुनते हो से लेकर बहरे हो गए हो क्या, कि कहानी का सफर ही शादी है। कहानी का सफर ही शादी। हेलो रिस्पेक्टेड मैम एंड मेरे शरणम फ्रेंड्स, आज मैं आपको एक जोक सुनाने जा रही हूँ। एक बार एक आदमी जा रहा होता है और देखता है कि डॉक्टर क्लिनिक के बाहर लिखा होता है कि 500 रुपये में इलाज कराएं, अगर इलाज नहीं हुआ तो मैं 2000 रुपये वापस दूंगा। तो वो बोलता है, बड़ा डॉक्टर पागल लगता है, चलो इसको बुद्धू बनाते हैं डॉक्टर को। वो जाता क्लिनिक में, डॉक्टर बोलता है, क्या हुआ, आप क्या तकलीफ है। तो बोलता है, मेरे को डॉक्टर साहब बहुत परेशान हूँ, मैंने बहुत इलाज कराया पर मेरा किसी ने इलाज नहीं ठीक से नहीं किया, मेरे को मुंह का कोई स्वाद नहीं है, मुंह में किसी भी चीज़ का स्वाद नहीं आता है। तो बोलता ठीक है, मैं बोलता डॉक्टर साहब इलाज कर लोगे ना। बोलता हाँ कर लूँगा, नहीं होगा तो बोले मैं 2000 रुपये तेरे को दूंगा। तो सिस्टर को बोलता है, सिस्टर इसको ना वो ब्लैक बोतल पड़ी है, उसमें से 3 बूंद इसको पिला दो। तो वो सिस्टर क्या बोलती है, उसको 3 बूंद पिला देती है। तो बोलता है, ये क्या पिला दिया डॉक्टर साहब, ये तो पेट्रोल है। तो बोलता है, बधाई हो, तुम्हारा मुंह का स्वाद ठीक हो गया है, निकालो 500 रुपये। तो वो बोलता है, डॉक्टर थोड़ा चला के बोलता है, वो 500 रुपये उसको दे देता है, फिर चले जाता है। एक दिन बाद फिर आता है, बोलता है, डॉक्टर ने मेरे को बेवकूफ़ बनाया, अब मैं इसको फिर से बेवकूफ़ बनाऊंगा। तो डॉक्टर बोलता है कि क्या बात है, फिर से आ गए तुम। बोले डॉक्टर साहब एक और बड़ी परेशानी हो गई, मेरी ना याददाश्त बड़ी कमज़ोर हो गई है, मेरे को कुछ चीज़ याद ही नहीं रहती है। बोला ठीक है, कोई नहीं, मैं इसका इलाज कर देता हूँ। बोलता सिस्टर वो जो ब्लैक बोतल में पड़ी है ना, उसमें 3 बूंद इसको पिला दो। तो बोलता डॉक्टर साहब वो तो मुंह का स्वाद ठीक करने वाली दवाई थी। बोलता बधाई हो, तुम्हारी याददाश्त ठीक हो गई है, निकालो 500 रुपये।
से 500 रुपये ले लेता है फिर से। वो लड़का फिर चला जाता है, मरीज बोलता है ये डॉक्टर ने तो मेरे को बेवकूफ़ बनाया है, 1000 रुपये मुझसे ले लिया। बोलता है एक बार फिर जाता हूँ, इसको फिर बुद्धू बनाता हूँ। नेक्स्ट डे फिर वो जाता है, तो डॉक्टर बोलता है अब फिर आगे क्या बात है। बोलता डॉक्टर साहब मेरे को ना मुझे दिखाई देना बंद हो गया, मेरे को दिखाई नहीं देता ठीक से। तो डॉक्टर साहब बोलते हैं कि ठीक है कोई नहीं, इसका मैं बोलता इसका इलाज तो मेरे पास नहीं है। तो वाह, अब डॉक्टर साहब तुम 2000 देने पड़ेंगे मेरे को। तो डॉक्टर बोलता है ये लो तुम 2000 रुपये, मेरे पास इसका इलाज नहीं है आँखों का। तो वो उसको 500 रुपये का नोट पकड़ा के बोलता है ये लो 2000 रुपये। तो बोलता डॉक्टर साहब ये तो 500 रुपये है, 500 का नोट है। बोलता बधाई हो तुम्हारी आंखें ठीक हो गई। बोलता लाओ 500 रुपये और वो उसको 500 रुपये और देता है, बुद्धू बन जाता है। 1500 रुपये बोलता मेरे निकल गए, डॉक्टर को मैं बेवकूफ़ नहीं बना पाया। थैंक यू। आज वर्ल्ड हैप्पीनेस डे है और आज के इस शुभ अवसर पर हम हंसी के फुहारे चलाने जा रहे हैं। तो मैं इस समय ऑफिस में हूँ। हेलो एडी, हेलो एडी, कर लिया काम? हाँ तू की कहनी है मैनू? अच्छा ले अंग्रेजन ने तेरे को कहते भिंडी 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 मंगनी सी, ਉਹਨੂੰ ਕੀ ਚਾਹੀਦੀ ਹੈ ਭਿੰਡੀ? ਲੈ ਦੱਸ ਲੋੜਾ ਆਇਆ ਹੋਇਆ ਇਹਨੂੰ ਵੀ, ਉਹ ਕਹਿੰਦੀ ਹੋਣੀ ਹੈ ਭਿੰਡੀ ਭਿੰਡੀ ਭਿੰਡੀ। ਹਵਾ ਚੱਲਦੀਆਂ ਪਈਆਂ, ਆ ਲੈ ਆ ਮੇਰਾ ਫੋਨ ਆ ਗਿਆ। ਫੋਨ ਦੇਖਾਂ ਕੌਣ? ਹਾਂ ਹੈਲੋ ਹੈਲੋ ਹੈਲੋ, ਕਿੱਦਾਂ? ਮੈਂ ਤਾਂ ਤੈਨੂੰ ਸਵੇਰ ਦੀ ਯਾਦ ਕਰਦੀ ਪਈ ਸੀ। ਇਹ ਕੁੜੇ ਵਿਆਹ ਜਾਣਾ ਆਪਾਂ ਹੈ ਨਾ, ਤੇ ਮੈਂ ਕਿਹਾ ਮੈਂ ਇਹਨੂੰ ਪੁੱਛਾਂ ਕਿੱਦਾਂ ਫਿਰ ਸਗਨ ਸੁਗਨ ਕਿੱਦਾਂ ਦੇਣੇ ਹੈ। 500 ਰੁਪਈਆ ਲੈ, ਕੋਈ ਲੋੜਾ ਆਇਆ ਪਿਆ ਹੈਗਾ 500 ਰੁਪਏ ਦਾ? ਤੈਨੂੰ ਨਹੀਂ ਪਤਾ ਹੈਗਾ ਕਿ ਮੈਂ ਤਾਂ ਜਾਣਾ ਇਕੱਲੀ ਨੇ, ਉਹ ਤਾਂ ਆਉਂਦੇ ਆ 5 ਜਣੇ। ਨਾ 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 ਨਾ, ਮੈਂ 500 ਰੁਪਈਆ ਨਹੀਂ ਦੇਣਾ। ਚੱਲ ਛੱਡ ਤੂੰ ਇਸ ਗੱਲ ਨੂੰ ਤਾਂ। ਅੱਛਾ ਮੈਨੂੰ ਇਹ ਦੱਸ, ਕਿਤੇ ਐ ਨਾ ਹੋਵੇ ਕਿ ਆਪਾਂ ਦੋਨੋਂ ਜਣੀਆਂ ਸੂਟ ਇੱਕੋ ਜਿਹਾ ਪਾਇਆ ਈਏ। ਲੈ ਕੁੜੇ ਤੂੰ ਜਿਹੜਾ ਚਾਚੇ ਦੇ ਮੁੰਡੇ ਦੇ ਸਵਾਇਆ ਸੀ ਤੇ ਜਿਹੜਾ ਮੈਂ ਭੂਆ ਦੇ ਮੁੰਡੇ ਦੇ ਸਵਾਇਆ ਸੀ ਉਹ ਪਾਵਾਂਗੇ, ਠੀਕ ਆ? ਹਾਂ ਤੇ ਐਦਾਂ ਕਰੀ ਸਵੇਰੇ ਚੱਲਣਾ ਸੀ, ਪਕੌੜੇ ਨਹੀਂ ਖਾਣੇ ਪਨੀਰ ਵਾਲੇ। ਮੇਰੇ ਤਾਂ ਮੂੰਹ ਵਿੱਚ ਉੱਦਾਂ ਹੀ ਪਾਣੀ ਆ ਗਿਆ ਪਕੌੜੇ ਖਾਣ ਦਾ। ਤੇ ਫਿਰ ਐਦਾਂ ਕਰਾਂ, ਖਾਣਾ ਤਾਂ ਆਪਾਂ ਸਭ ਕੁਛ ਆ, ਉਹ ਖਾਖੀ ਗੋਲੀ ਜਿਹੜੀ ਆ ਮੈਂ ਪਰਸ 'ਚ ਪਾ ਲਿਆ ਵਾ ਕਿ ਸਵੇਰੇ ਖਾ ਹੀ ਚੱਲੀਏ। ਇੱਦਾਂ ਹੀ ਕਰਦੇ ਹਾਂ, ਫਿਰ ਘਰੋਂ ਹੀ ਖਾ ਕੇ ਆਵਾਂਗੇ ਸਵੇਰੇ ਆਪਾਂ ਗੋਲੀ ਉਹ। ਤੇ ਫਿਰ ਖਾਣਾ ਪੀਣਾ ਉੱਥੇ ਸਾਰਾ ਕੁਛ ਆ। ਤੇ ਨਾਲੇ ਨਾ ਜਿਹੜਾ ਮੋਬਾਈਲ ਆ ਉਹਨੂੰ ਤੂੰ ਐਂ ਕਰਕੇ ਪੜ੍ਹਨਾ ਵਾ, ਐਦਾਂ ਨਹੀਂ ਕਰਕੇ ਇੱਧਰ ਉੱਧਰ ਕਰ ਦੇਵੇਂ ਤੇ ਨਾਲੇ ਲੋਕਾਂ ਨੂੰ ਇਹ ਪੁੱਛਦੀ ਫਿਰ ਹਾਏ ਨਹੀਂ ਤੂੰ ਕਿੱਥੋਂ ਸੂਟ ਸਵਾਇਆ। ਐਦਾਂ ਕਿਸੇ ਨੂੰ ਨਹੀਂ ਪੁੱਛਣਾ ਵੀ ਆ ਤੂੰ ਕਿੱਥੋਂ ਲਿਆ ਕਿੱਥੋਂ ਨਹੀਂ ਲਿਆ, ਬਸ ਆਪਣਾ ਮਜ਼ਾ ਕਰਨਾ। ਹਾਂ ਕੀ ਕਰਨੀ ਆ? ਕਿਹੜੀ ਆਈਸਕ੍ਰੀਮ ਖਾਣੀ ਆ ਤੂੰ? ਟੁੱਟੀ ਫੁੱਟੀ? ਉਹ ਕਿਹੜੀ? ਲੈ ਦੱਸ, ਤੈਨੂੰ ਵੀ ਨਹੀਂ ਆਉਂਦਾ ਕਹਿਣਾ। ਉਹ ਟੂਟੀ ਫਰੂਟੀ ਆ, ਕੋਈ ਗੱਲ ਨਹੀਂ ਉਹ ਵੀ ਖਾਵਾਂਗੇ, ਕੌਫੀਆਂ ਪੀਵਾਂਗੇ, ਕੌਫੀਆਂ ਪਾਊਡਰ ਪਾ ਕੇ, ਹੈ ਨਾ, ਬਹੁਤ ਹੀ ਮਜ਼ਾ ਆਊਗਾ। ਚੱਲ ਚੰਗਾ, ਹੁਣ ਮੈਂ ਰੱਖਦੀ ਹਾਂ ਫੋਨ, ਮੇਰਾ ਕੰਮ ਦਾ धन्यवाद। हेलो रिस्पेक्टेड मैडम और सब संजीवनी फ्रेंड को मेरा नमस्कार। अब मैं आपके सामने चुटकुले सुनाने जा रही हूँ। एक बार एक प्यो ਨੂੰ ਉਹਦਾ ਪੁੱਤਰ ਕਹਿੰਦਾ ਪਾਪਾ ਪਾਪਾ 10 ਰੁਪਏ ਦੇ ਦੇ, ਮੈਂ ਗੋਲ ਗੱਪੇ ਖਾਣੇ ਆ। ਕਹਿੰਦਾ ਚੱਲ ਇੱਥੋਂ ਸਾਲਾ 10 ਰੁਪਏ ਦਾ, ਚੱਲ ਆਪਣੀ ਮਾਂ ਕੋ 5 ਰੁਪਏ ਲੈ ਕੇ ਦੌੜ ਜਾ ਗੋਲ ਗੱਪੇ ਖਾਣ। ਕਹਿੰਦਾ ਕੋਈ ਨਹੀਂ ਪਾਪਾ ਘਬਰਾਣਾ, ਮੈਂ 10 ਰੁਪਏ ਵਾਲਾ ਨਵਾਂ ਪਾਪਾ ਲੈ ਲੂੰਗਾ। ਇੱਕ ਵਾਰ ਸ਼ਾਦੀ ਤੇ ਇੱਕ ਫੈਮਿਲੀ ਖਾਣਾ ਖਾ ਰਹੀ ਸੀ। ਉਹਨਾਂ ਨੂੰ ਇੱਕ ਬੰਦੇ ਨੇ ਪੁੱਛਿਆ ਤੁਸੀਂ ਇੰਨੀ ਦੇਰ ਦਾ ਖਾਣਾ ਖਾ ਰਹੇ ਹੋ, ਮੈਂ ਦੇਖ ਰਿਹਾ, ਪਰ ਤੁਸੀਂ ਖਾਣਾ ਕਿੰਨਾ ਕੁ ਖਾ ਰਹੇ ਹੋ? ਕਹਿੰਦਾ ਜੀ ਖਾਣਾ ਤਾਂ ਮੈਂ ਵੀ ਨਹੀਂ ਚਾਹੁੰਦਾ, ਪਰ ਇੱਥੇ ਕਾਰਡ ਤੇ ਲਿਖਿਆ ਸੀ 7 ਤੋਂ 10 ਵਜੇ ਤੱਕ ਖਾਣਾ। ਇੱਕ ਬਾਪ ਆਪਣੇ ਪੁੱਤਰ ਨੂੰ ਕਹਿੰਦਾ ਅੱਜ ਤੇਰਾ ਰਿਜ਼ਲਟ ਆਉਣ ਵਾਲਾ ਸੀ ਕਾਕਾ, ਕੀ ਹੋਇਆ ਰਿਜ਼ਲਟ ਦਾ? ਕਹਿੰਦਾ ਹੋਣਾ ਕੀ ਸੀ, ਉਹ ਡਾਕਟਰ ਦਾ ਮੁੰਡਾ ਫੇਲ ਹੋ ਗਿਆ।
ਕਹਿੰਦਾ ਡਾਕਟਰ ਦੇ ਮੁੰਡੇ ਨੂੰ ਕੀ ਕਹਿਣਾ, ਤੂੰ ਦੱਸ ਤੇਰਾ ਕੀ ਹੋਇਆ। ਕਹਿੰਦਾ ਉਹ ਵਕੀਲ ਦਾ ਮੁੰਡਾ ਵੀ ਫੇਲ ਹੋ ਗਿਆ। ਕਹਿੰਦਾ ਸਾਲਾ ਵਕੀਲ ਦਾ ਮੁੰਡਾ ਉਹ ਕਰੀ ਜਾਂਦਾ, ਤੂੰ ਆਪਣਾ ਦੱਸ ਕੀ ਹੋਇਆ। ਉਹ ਪਾਪਾ ਪ੍ਰੋਫੈਸਰ ਦਾ ਮੁੰਡਾ ਵੀ ਫੇਲ ਹੋ ਗਿਆ। ਲੈ ਮੈਂ ਤੈਨੂੰ ਪੁੱਛਦਾ ਤੇਰਾ ਰਿਜ਼ਲਟ ਕੀ ਆਇਆ। ਕਹਿੰਦਾ ਪਾਪਾ ਤੂੰ ਕਿਹੜਾ ਪ੍ਰਧਾਨ ਮੰਤਰੀ ਲੱਗਾ ਸੀ ਜਾਂ ਮਿਨਿਸਟਰ ਲੱਗਾ ਸੀ ਜਿਹੜਾ ਮੈਂ ਪਾਸ ਹੋ ਜਾਣਾ ਸੀ। ਥੈਂਕ ਯੂ। ਸਤਿਕਾਰਯੋਗ ਮੈਡਮ ਜੀ ਤੇ ਮੇਰੇ ਪਿਆਰੇ ਸ਼ਰਨਮ ਦੇ ਸਾਥੀਓ, ਅੱਜ ਅਸੀਂ ਹੈਪੀ ਜੋਕਸ ਡੇ ਮਨਾ ਰਹੇ ਹਾਂ। ਮੈਂ ਇੱਕ ਜੋਕ ਪੇਸ਼ ਕਰ ਰਹੀ ਹਾਂ। ਇੱਕ ਵਾਰ ਦੋ ਪੰਜਾਬੀ ਮੁੰਡੇ ਸੰਤਾ ਤੇ ਬੰਤਾ ਕੈਨੇਡਾ ਗਏ। ਉੱਥੇ ਉਹ ਇੱਕ ਦਿਨ ਜੱਫੀ ਪਾ ਕੇ ਸੜਕ ਦੇ ਵਿਚਕਾਰ ਗੱਪਾਂ ਮਾਰਦੇ ਜਾ ਰਹੇ ਸਨ। ਪਿੱਛੋਂ ਇੱਕ ਮੇਮ ਕਾਰ ਵਿੱਚ ਆ ਗਈ। ਉਸਨੇ ਬਹੁਤ ਵਾਰ ਹੌਰਨ ਬਜਾਇਆ, ਲੇਕਿਨ ਦੋਨੋਂ ਮੁੰਡੇ ਟਸ ਤੋਂ ਮਸ ਨਹੀਂ ਹੋਏ। ਮੇਮ ਗੁੱਸੇ ਵਿੱਚ ਕਹਿਣ ਲੱਗੀ, ਯੂ ਬਲੱਡੀ ਬਾਸਟਰਡ, ਯੂ ਡੋਂਟ ਨੋ ਹਾਊ ਟੂ ਵਾਕ ਔਨ ਦੀ ਰੋਡ, ਯੂ ਸਟੂਪਿਡ, ਯੂ ਇਡੀਅਟ। ਸੰਤਾ ਬੰਤੇ ਨੂੰ ਕਹਿੰਦਾ, ਤੂੰ ਤਾਂ ਅੰਗਰੇਜ਼ੀ ਜਾਣਦਾ ਹੈ, ਦੇ ਨਾ ਕੋਈ ਜਵਾਬ। ਬੰਤਾ ਕਹਿਣ ਲੱਗਾ, ਟੂ ਦੀ ਹੈਡ ਮਾਸਟਰ, DAV ਸਕੂਲ ਹੁਸ਼ਿਆਰਪੁਰ, ਸਰ, I beg to state that I am suffering from fever. Kindly grant me leave for 1 day. ਮੇਮ ਉਹਨਾਂ ਮੂਰਖਾਂ ਨੂੰ ਛੱਡ ਕੇ ਦੂਜੇ ਪਾਸੇ ਚਲੀ ਗਈ। ਸੰਤਾ ਕਹਿੰਦਾ, ਵੇਖਿਆ ਮਿੱਤਰਾਂ ਦੀ ਬਹਾਦਰੀ। ਮੈਂ ਅੰਗਰੇਜ਼ੀ ਟੈਂ ਬੋਲੀ ਤੇ ਮੇਮ ਭੱਜ ਗਈ। ਮੈਨੂੰ ਤਾਂ ਅਜੇ ਥਰਸਟੀ ਕਰੋ ਰੱਟੋ ਰੱਟ ਆਉਂਦੀ ਸੀ। ਜੇ ਉਹ ਨਾ ਜਾਂਦੀ ਤਾਂ ਮੈਂ ਉਹ ਵੀ ਸੁਣਾ ਦੇਣੀ ਸੀ। ਥੈਂਕ ਯੂ। रिस्पेक्टेड मैम एंड शरणम फ्रेंड्स, पेश है कुछ जोक्स जो जोक्स डे के उपलक्ष्य में हम आज सेलिब्रेट कर रहे हैं। एक बार एक आदमी इंटरव्यू के लिए जाता है, तो वहाँ इंटरव्यूअर उसको कहता है कि आपको जॉब पे रख लेते हैं और पहले हम आपको 30,000 रुपया देंगे और बाद में आपकी परफॉर्मेंस देख के आपको 50,000 रुपया पे मिलेगी। तो आदमी कहता है कि ठीक है, मैं फिर बाद में ही आ जाऊँगा। दूसरा जोक है कि इस कोविड के दौरान एक परीक्षण किया गया। उसमें सबसे पहले एक चाइनीज़ लेडी से पूछा गया कि आपने आने वाले टाइम में कोरोना के लिए क्या तैयारियां की हैं। तो उस लेडी ने कहा कि हमने तो अपने घर को रोज़ सैनिटाइज़ करना शुरू कर दिया है और हर तरह से सफाई की तरफ ध्यान देना शुरू कर दिया है। उसके बाद यूके की लेडी से पूछा गया, तो उसने कहा कि हमने मास्क को बहुत ज़्यादा प्रेफरेंस देनी शुरू कर दी है और हर काम से पहले हाथ धोना बहुत ज़्यादा ज़रूरी समझना शुरू कर दिया है। तो बाद में इंडियन लेडी की बारी आई और उनसे पूछा गया, हाँ जी, आपने कोरोना के लिए आने वाले टाइम में क्या तैयारियां की हैं। तो उसने कहा, भाई साहब, मैंने तो हर सूट के साथ के मैचिंग मास्क बनवा लिए हैं। थैंक यू वेरी मच। रिस्पेक्टेड मैम, शर्नम फ्रेंड्स, आज आपके सामने चंद जोक्स सुनाने जा रहा हूँ। पत्नी, फिर से लॉकडाउन लग गए तो डियर कितना अच्छा है। पति, क्यों? पत्नी, मुझे काम वाली से आपका काम ज़्यादा अच्छा लगता है। किसी प्रकार की खटपट और कटकट नहीं, कोई पगार देने की चिंता नहीं, 24 घंटे हाजिर, बाई की छुट्टी लेने से मुक्ति। और पति कहता, और आखिर घर का आदमी है ना। पत्नी बोली, कोई चोरी चकारी का भी भय नहीं। डॉक्टर ने एक बुजुर्ग पेशेंट ਨੂੰ ਨਿਊਰੋਲੋਜਿਸਟ ਨੂੰ ਰੈਫਰ ਕਰਦੇ ਕਿਹਾ, ਬਾਬਾ ਜੀ ਇੱਕ ਵਾਰੀ ਦਿਮਾਗ ਵਾਲੇ ਡਾਕਟਰ ਨੂੰ ਵੀ ਦਿਖਾ ਲਓ। ਬਜ਼ੁਰਗ ਉੱਠਦੇ ਹੋਏ ਬੋਲਿਆ, ਕਹਿੰਦਾ, ਡਾਕਟਰ ਸਾਹਿਬ, ਸਾਨੂੰ ਤਾਂ ਇਹ ਲੱਗਦਾ ਸੀ ਤੁਹਾਡੇ ਕੋਲ ਵੀ ਥੋੜ੍ਹਾ ਬਹੁਤ ਦਿਮਾਗ ਹੈ। ਥੈਂਕ ਯੂ ਵੈਰੀ ਮਚ।